ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਅੱਜ ਆਪਾਂ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ, ਜਿਸ ਦਾ 6ਵਾਂ ਭਾਗ ਸੁਣਾਂਗੇ। ਪਿਛਲੇ 5ਵੇਂ ਭਾਗ ਦੇ ਵਿੱਚ ਅਸੀਂ ਸੁਣਿਆ ਕਿ ਜੁਗਨੂ ਦੀ ਲਾਈਫ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਉਹ ਆਪਣੇ ਮਾੜੇ ਕੰਮਾਂ ਨੂੰ ਛੱਡ ਕੇ ਰੱਬ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਇਬਾਦਤ ਦੇ ਵਿੱਚ ਚਲੀ ਗਈ। ਰੋਜ਼ ਗੁਰੂਆਂ ਦੀ ਬਾਣੀ ਪੜ੍ਹਦੀ ਹੈ, ਇੱਕ ਗੁਰਸਿੱਖ ਘਰ ਦੇ ਵਿੱਚ ਰਹਿੰਦੀ ਆ। ਹੁਣ ਇਸ ਤੋਂ ਅੱਗੇ ਅੱਜ ਆਪਾਂ ਹੁਣ 6ਵਾਂ ਭਾਗ ਇਸ ਕਹਾਣੀ ਦਾ ਸਰਵਣ ਕਰਦੇ ਹਾਂ, ਸੁਣਦੇ ਹਾਂ। ਉਧਰ ਜੁੱਗੀ, ਜਿਸ ਦੀ ਨਸ ਨਸ ਜੁਗਨੂ ਦੇ ਪਿਆਰ ਵਿੱਚ ਚੱਲਦੀ ਸੀ, ਜੁਗਨੂ ਨੇ ਭਾਵੇਂ ਕਦੇ ਉਸ ਦੇ ਪਿਆਰ ਦਾ ਜੁਗਨੂ ਨੇ ਭਾਵੇਂ ਕਦੇ ਵੀ ਉਸ ਦੇ ਪਿਆਰ ਦੀ ਪਰਵਾਹ ਨਹੀਂ ਕੀਤੀ ਸੀ, ਪਰ ਜੁੱਗੀ ਉਸ ਨੂੰ ਦਿਲੋਂ ਪਿਆਰ ਕਰਦਾ ਸੀ। ਹੁਣ ਉਸਨੇ ਸ਼ਰਾਬ ਦਾ ਨਸ਼ਾ ਬਿਲਕੁਲ ਛੱਡ ਦਿੱਤਾ ਸੀ, ਪਰ ਮਨ ਉਸ ਦਾ ਹਾਲੀ ਵੀ ਉਦਾਸ ਰਹਿੰਦਾ ਸੀ। ਉਸ ਦੀ ਮਾਂ ਉਸ ਨਾਲ ਹੋਰ ਵਿਆਹ ਸ਼ਾਦੀ ਦੀ ਕੋਈ ਗੱਲ ਵੀ ਨਹੀਂ ਕਰਦੀ ਸੀ। ਜੁੱਗੀ ਦੀ ਮਾਂ ਨੇ ਹਾਲੀ ਇਹ ਗੱਲ ਵੀ ਘਰੋਂ ਬਾਹਰ ਨਹੀਂ ਨਿਕਲਣ ਦਿੱਤੀ ਸੀ ਕਿ ਜੁੱਗੀ ਦਾ ਜੁਗਨੂ ਦੇ ਨਾਲ ਛੱਡ ਛੜਾ ਹੋ ਗਿਆ। ਜੁੱਗੀ ਖੇਤੀ ਦਾ ਕੰਮ ਤਾਂ ਕਰਦਾ ਸੀ, ਪਰ ਐਨੇ ਧਿਆਨ ਨਾਲ ਨਹੀਂ। ਜੁੱਗੀ ਖੇਤੀਬਾੜੀ ਦਾ ਕੰਮ ਤਾਂ ਕਰਦਾ ਸੀ, ਪਰ ਐਨੇ ਧਿਆਨ ਨਾਲ ਨਹੀਂ। ਇਸੇ ਕਰਕੇ ਉਸ ਦੀ ਮਾਂ ਨੇ ਆਪਣੇ ਭਰਾ ਨਾਲ ਰਾਏ ਕਰਕੇ ਅੱਧੀ ਤੋਂ ਜ਼ਿਆਦਾ ਜ਼ਮੀਨ ਪਿੰਡ ਦੇ ਪਹਿਲਾਂ ਵਾਲੇ ਠੇਕੇਦਾਰ ਨੂੰ ਠੇਕੇ ਉੱਤੇ ਦੇ ਦਿੱਤੀ ਅਤੇ ਬਾਕੀ 5 ਕਿੱਲੇ ਆਪਣੇ ਕੋਲ ਖਾਣ ਪੀਣ ਲਈ, ਕਣਕ ਬੀਜਣ ਲਈ ਅਤੇ ਪਸ਼ੂਆਂ ਦੇ ਪੱਠਿਆਂ ਵਾਸਤੇ ਰੱਖ ਲਏ। ਹੁਣ ਜੁੱਗੀ ਘਰ ਵਿੱਚ ਬੈਠਾ ਰਹਿੰਦਾ ਸੀ ਜਾਂ ਖੇਤ ਜਾ ਕੇ ਬੈਠਾ ਰਹਿੰਦਾ ਸੀ। ਕੰਮ ਉਸ ਕੋਲ ਕੋਈ ਜ਼ਿਆਦਾ ਹੈ ਨਹੀਂ ਸੀ। ਫਸਲਵਾੜੀ ਦਾ ਜ਼ਮੀਨ ਸਾਰੀ ਠੇਕੇ 'ਤੇ ਚਲੀ ਗਈ ਸੀ। ਬਸ ਘਰੇ ਬੈਠ ਗਿਆ, ਕਦੀ ਖੇਤ ਜਾ ਕੇ ਬੈਠ ਗਿਆ। ਇੱਕ ਦਿਨ ਉਹ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਗਿਆ ਤਾਂ ਉੱਥੇ ਜਾ ਕੇ ਗੁਰਾਂ ਦੀ ਬਾਣੀ ਸੁਣ ਕੇ ਉਸ ਦੇ ਮਨ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਦੀ ਲਹਿਰ ਜਾਗੀ ਅਤੇ ਮਨ ਨੂੰ ਸਕੂਨ ਜਿਹਾ ਆਇਆ। ਗੁਰਦੁਆਰਾ ਉਹਨਾਂ ਦੇ ਘਰ ਦੇ ਕੋਲ ਹੀ ਸੀ, ਪਰ ਪਹਿਲਾਂ ਉਸਨੇ ਕਦੇ ਧਿਆਨ ਨਹੀਂ ਦਿੱਤਾ ਸੀ ਗੁਰਬਾਣੀ ਵੱਲ। ਗ੍ਰੰਥੀ ਸਿੰਘ ਰੋਜ਼ ਸਪੀਕਰ ਵਿੱਚ ਪਾਠ ਕਰਦੇ ਸਨ, ਪਰ ਜੁੱਗੀ ਹਮੇਸ਼ਾ ਆਪਣੇ ਕੰਮ ਵਿੱਚ ਮਸਤ ਰਹਿੰਦਾ ਸੀ। ਉਸ ਦਿਨ ਤੋਂ ਬਾਅਦ ਜੁੱਗੀ ਰੋਜ਼ ਗੁਰਦੁਆਰੇ ਜਾਣ ਲੱਗ ਪਿਆ। ਉਹ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾ ਕੇ ਪਹਿਲਾਂ ਨਿਸ਼ਾਨ ਸਾਹਿਬ ਦੇ ਥੜੇ ਦਾ ਇਸ਼ਨਾਨ ਕਰਾਉਂਦਾ ਤੇ ਫਿਰ ਸਾਰੇ ਗੁਰਦੁਆਰੇ ਵਿੱਚ ਝਾੜੂ ਫੇਰਦਾ। ਇਹ ਉਸ ਦਾ ਹੁਣ ਰੋਜ਼ ਦਾ ਨੇਮ ਬਣ ਗਿਆ ਸੀ। ਉਸ ਦੀ ਮਾਂ ਦੇਖ ਦੇਖ ਕੇ ਬਹੁਤ ਖੁਸ਼ ਹੁੰਦੀ ਸੀ। ਜੁੱਗੀ ਦੀ ਗਿਆਨੀ ਜੀ ਨਾਲ ਵੀ ਫਤਿਹ ਸਾਂਝੀ ਹੋ ਗਈ ਸੀ। ਗ੍ਰੰਥੀ ਸਿੰਘ ਬਹੁਤ ਸਮਝਦਾਰ ਸਿੰਘ ਸੀ। ਪਿੰਡ ਦੇ ਸਾਰੇ ਲੋਕ ਉਹਨਾਂ ਦੀ ਬਹੁਤ ਤਾਰੀਫ ਕਰਦੇ ਸੀ। ਗਿਆਨੀ ਜੀ ਜੁੱਗੀ ਨੂੰ ਆਪਣੇ ਕੋਲ ਬਿਠਾਉਣ ਲੱਗ ਪਏ ਸਨ ਅਤੇ ਸਮਝਾਉਂਦੇ ਰਹਿੰਦੇ ਸੀ ਕਿ ਸੇਵਾ ਕਰਨਾ ਬਹੁਤ ਚੰਗਾ ਕੰਮ ਹੈ, ਪਰ ਜੇ ਮਨੁੱਖ ਸੇਵਾ ਅਤੇ ਸਿਮਰਨ ਦੋਨੋਂ ਕਰੇ ਤਾਂ ਗੁਰੂ ਸਾਹਿਬ ਜੀ ਦੀ ਜੀਵ ਉੱਪਰ ਹੋਰ ਜ਼ਿਆਦਾ ਕਿਰਪਾ ਹੋ ਜਾਂਦੀ ਹੈ। ਗੁਰੂ ਜੀ ਮਿਹਰਬਾਨ ਹੋ ਕੇ ਮੁਕਤੀ ਦੀ ਦਾਤ ਬਖਸ਼ ਦਿੰਦੇ ਹਨ। ਗਿਆਨੀ ਜੀ ਦੀਆਂ ਗੱਲਾਂ ਦਾ ਜੁੱਗੀ ਉੱਤੇ ਬਹੁਤ ਅਸਰ ਹੋਇਆ ਅਤੇ ਉਸ ਨੇ ਗਿਆਨੀ ਜੀ ਕੋਲੋਂ ਗੁਰਬਾਣੀ ਦਾ ਪਾਠ ਸਿੱਖਣਾ ਸ਼ੁਰੂ ਕਰ ਦਿੱਤਾ।
ਜਦ ਉਸਨੇ ਜਪਜੀ ਸਾਹਿਬ ਅਤੇ ਰਹਿਰਾਸ ਸਾਹਿਬ ਦੀ ਸੰਥਿਆ ਕਰ ਲਈ ਤਾਂ ਫਿਰ ਜੁਗੀ ਸਪੀਕਰ ਦੇ ਵਿੱਚ ਰਹਿਰਾਸ ਸਾਹਿਬ ਦਾ ਪਾਠ ਪੜ੍ਹਨ ਲੱਗ ਪਿਆ। ਜੁਗੀ ਨੂੰ ਸਪੀਕਰ ਵਿੱਚ ਪਾਠ ਕਰਦਿਆਂ ਸੁਣ ਕੇ ਜੁਗੀ ਦੀ ਮਾਂ ਦੀ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ। ਉਹ ਤਾਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਨ ਲੱਗੀ। ਜੁਗੀ ਦੀ ਸੇਵਾ ਤੇ ਪਾਠ ਜੁਗੀ ਸੇਵਾ ਤੇ ਪਾਠ ਦੋਨੋਂ ਮਨ ਨਾਲ ਕਰਦਾ ਸੀ ਅਤੇ ਉਹ ਹਮੇਸ਼ਾ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦਾ ਰਹਿੰਦਾ ਸੀ, ਹੇ ਦਾਤਿਆ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼। ਹੇ ਦਾਤਿਆ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਅਤੇ ਜੱਗ ਦੇ ਬੰਧਨਾਂ ਤੋਂ ਮੁਕਤ ਕਰ ਦੇ। ਤੇਰੇ ਤੋਂ ਬਿਨਾਂ ਮੈਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ। ਮਿਹਰ ਕਰ ਮੇਰੇ ਦਾਤਿਆ, ਮਿਹਰ ਕਰ। ਇੱਧਰ ਜੁਗਨੂ ਬਾਣੀ ਪੜ੍ਹ ਕੇ ਬਾਣੀ ਦਾ ਹੀ ਰੂਪ ਬਣ ਗਈ ਸੀ। ਇੱਧਰ ਦਾਰਜੀ ਦੇ ਘਰੇ ਜੁਗਨੂ ਬਾਣੀ ਪੜ੍ਹ ਕੇ ਬਾਣੀ ਦਾ ਹੀ ਰੂਪ ਬਣ ਗਈ ਸੀ। ਰੂਪ ਰੰਗ ਤਾਂ ਰੱਬ ਨੇ ਪਹਿਲਾਂ ਹੀ ਬਹੁਤ ਦਿੱਤਾ ਸੀ ਜੁਗਨੂ ਨੂੰ, ਪਰ ਹੁਣ ਉਸ ਦੇ ਸੁੰਦਰ ਚਿਹਰੇ ਉੱਤੇ ਬਾਣੀ ਦਾ ਰੰਗ ਵੀ ਚੜ੍ਹ ਗਿਆ ਸੀ। ਉਸ ਦਾ ਚਿਹਰਾ ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੁੱਧ ਵਿੱਚ ਸੰਧੂਰ ਘੋਲਿਆ ਹੋਵੇ, ਜਿਵੇਂ ਉਸ ਦੇ ਜੀਵਨ ਵਿੱਚੋਂ ਸਾਰੇ ਰੰਗ ਚਲੇ ਗਏ ਸੀ। ਉਵੇਂ ਉਸਨੇ ਆਪਣੇ ਕੱਪੜਿਆਂ ਦਾ ਰੰਗ ਵੀ ਬਦਲ ਲਿਆ ਸੀ। ਜਿਵੇਂ ਜੁਗਨੂ ਦੇ ਜੀਵਨ ਵਿੱਚੋਂ ਦੁਨਿਆਵੀ ਸਾਰੇ ਰੰਗ ਚਲੇ ਗਏ ਸਨ, ਉਵੇਂ ਉਸਨੇ ਆਪਣੇ ਕੱਪੜਿਆਂ ਦਾ ਰੰਗ ਵੀ ਬਦਲ ਲਿਆ ਸੀ। ਉਸ ਦਾ ਗੋਰਾ ਚਿੱਟਾ ਰੰਗ ਅਤੇ ਉੱਤੋਂ ਬਾਣੀ ਦੇ ਨਾਮ ਦਾ ਰੰਗ, ਤੇ ਫਿਰ ਉਹ ਸਫੇਦ ਕੱਪੜਿਆਂ ਵਿੱਚ ਤਾਂ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਕੋਈ ਹੂਰ ਪਰੀ ਰੱਬ ਦੇ ਘਰ ਵਿੱਚੋਂ ਆਈ ਹੋਵੇ। ਉਸ ਦੇ ਹਰ ਸਾਹ ਵਿੱਚ ਬਾਣੀ ਦੇ ਅੱਖਰ ਸਨ ਅਤੇ ਵਾਹੇ ਤੇ ਗੁਰੂ ਦੀ ਧੁਨੀ ਸਵਾਸਾਂ ਦੀ ਗਤੀ ਦੇ ਨਾਲ ਚੱਲਦੀ ਸੀ। ਉਸ ਦੇ ਹਰ ਸਾਹ ਦੇ ਵਿੱਚ ਗੁਰਬਾਣੀ ਦੇ ਅੱਖਰ ਸਨ ਤੇ ਹਮੇਸ਼ਾ ਉਹ ਵਾਹਿਗੁਰੂ ਦਾ ਸਿਮਰਨ ਇਸ ਤਰੀਕੇ ਨਾਲ ਕਰਦੀ ਸੀ, ਵਾਹੇ ਗੁਰੂ। ਵਾਹੇ ਅਤੇ ਗੁਰੂ ਦੀ ਧੁਨੀ ਸਵਾਸਾਂ ਦੀ ਗਤੀ ਦੇ ਨਾਲ ਨਾਲ ਚੱਲਦੀ ਸੀ। ਵਾਹਿਗੁਰੂ ਨਾਮ ਉਸ ਦੇ ਰੋਮ ਰੋਮ ਵਿੱਚ ਵੱਜਣ ਵਾਲਾ ਸੰਗੀਤ ਬਣ ਗਿਆ ਸੀ। ਉਹ ਕਿਸੇ ਨਾਲ ਬੋਲਦੀ ਨਹੀਂ ਸੀ। ਹੁਣ ਤਾਂ ਬੌਬੀ ਵੀ ਉਸ ਦਾ ਪ੍ਰਭੂ ਪਿਆਰ ਦੇਖ ਕੇ ਜ਼ਿਆਦਾ ਉਸ ਦੇ ਕੋਲ ਨਹੀਂ ਬੈਠਦੀ ਸੀ ਅਤੇ ਉਸ ਨੂੰ ਦੇਖ ਕੇ ਆਪ ਹੀ ਸ਼ਰਧਾ ਨਾਲ ਭਰ ਜਾਂਦੀ ਸੀ। ਬੌਬੀ ਹੁਣ ਜੁਗਨੂ ਦਾ ਰੱਬ ਦੇ ਨਾਲ ਪਿਆਰ ਦੇਖ ਕੇ ਜੁਗਨੂ ਕੋਲ ਬਹੁਤ ਘੱਟ ਬੈਠਦੀ ਸੀ ਅਤੇ ਉਸ ਨੂੰ ਦੇਖ ਕੇ ਬੌਬੀ ਆਪਣੇ ਆਪ ਹੀ ਸ਼ਰਧਾ ਦੇ ਨਾਲ ਭਰ ਜਾਂਦੀ ਸੀ। ਜੁਗਨੂ ਦਾ ਮਨ ਹਰ ਵੇਲੇ ਵਿਰਾਗ ਵਿੱਚ ਰਹਿੰਦਾ ਸੀ ਅਤੇ ਇਸ ਸ਼ਬਦ ਨੂੰ ਉਹ ਬਹੁਤ ਵਿਰਾਗ ਵਿੱਚ ਗਾਉਂਦੀ ਹੁੰਦੀ ਸੀ। ਬਾਜੋਂ ਪਿਆਰੇ ਕੋਏ ਨ ਸਾਰੇ, ਇਕੱਲੜੀ ਕੁਰਲਾਏ। ਬਾਜੋਂ ਪਿਆਰੇ ਕੋਏ ਨ ਸਾਰੇ, ਇਕੱਲੜੀ ਕੁਰਲਾਏ। ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਇਹਨਾਂ ਦੋ ਲਾਈਨਾਂ ਦਾ ਅਰਥ ਹੈ, ਹੇ ਮੇਰੇ ਪਿਆਰੇ ਪ੍ਰੀਤਮ, ਤੇਰੇ ਬਗੈਰ ਮੇਰੀ ਕੋਈ ਸਾਰ ਨਹੀਂ ਲੈਂਦਾ। ਮੈਂ ਸੰਸਾਰ ਦੇ ਬੀਆਬਾਨ ਜੰਗਲ ਵਿੱਚ ਕਲਮ ਕੱਲੀ ਕਰਲਾਉਂਦੀ ਹਾਂ। ਇਹ ਇਸਤਰੀ ਰੂਪ ਜੀਵ ਆਤਮਾ ਪਿਆਰੇ ਪ੍ਰੀਤਮ ਵਾਹਿਗੁਰੂ ਤੋਂ ਬਗੈਰ ਕਸ਼ਟ ਉਠਾਉਂਦੀ ਹੈ, ਪਰ ਗੁਰੂ ਨਾਨਕ ਜੀ ਦੀ ਮਿਹਰ ਕਰਕੇ ਉਦੋਂ ਹੀ ਇਹ ਪਿਆਰੇ ਵਾਹਿਗੁਰੂ ਨਾਲ ਮਿਲਦੀ ਹੈ ਜਦ ਉਹ ਵਾਹਿਗੁਰੂ ਕਿਰਪਾ ਕਰਕੇ ਆਪ ਮਿਲਾ ਲੈਂਦਾ ਹੈ।
ਇੱਕ ਦਿਨ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਜੁਗਨੂ ਨੇ ਦਾਰ ਜੀ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਮੇਰੇ ਵਾਹਿਗੁਰੂ ਦੇ ਬਖਸ਼ੇ, ਮੇਰੇ ਪਿਆਰੇ ਪਿਤਾ ਜੀ, ਜਦੋਂ ਮੈਂ ਆਪ ਤੋਂ ਜੋ ਮੈਂ ਆਪ ਤੋਂ ਮੰਗ ਰਹੀ ਹਾਂ ਉਹ ਮੇਰੇ ਕਰਮ ਨਹੀਂ ਹਨ, ਨਾ ਹੀ ਮੇਰੀ ਔਕਾਤ ਹੈ। ਹੇ ਪਿਤਾ ਜੀ, ਮੈਂ ਆਪਣੇ ਦੁਰਕਰਮ ਦਾ ਪਛਤਾਤਾਪ ਕਰਨ ਲਈ ਆਪਣੇ ਜਨਮਦਾਤਾ ਮਾਤਾ ਪਿਤਾ ਕੋਲ ਜਾਣਾ ਚਾਹੁੰਦੀ ਹਾਂ। ਮੈਂ ਆਪਣੇ ਦੁਰਕਰਮਾਂ ਦਾ ਪਛਤਾਤਾਪ ਕਰਨ ਲਈ ਮੈਂ ਆਪਣੇ ਜਨਮ ਦੇ ਦਾਤਾ ਮੇਰੇ ਮਾਤਾ ਪਿਤਾ ਕੋਲ ਜਾਣਾ ਚਾਹੁੰਦੀ ਹਾਂ। ਆਪ ਇੱਕ ਵਾਰ ਉਹਨਾਂ ਨਾਲ ਮਿਲਾ ਦੇਵੋ ਤਾਂ ਕਿ ਮੈਂ ਉਹਨਾਂ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਸਕਾਂ। ਦਾਰ ਜੀ ਨੇ ਕਿਹਾ, ਬੇਟਾ ਜੀ, ਜਦੋਂ ਤੁਸੀਂ ਉਸ ਘਰ ਵਿੱਚੋਂ ਕਦਮ ਪੁੱਟੇ ਸੀ ਉਹ ਹਾਲਾਤ ਹੋਰ ਸੀ ਅਤੇ ਸਲਾਹੁਣਯੋਗ ਨਹੀਂ ਸਨ, ਪਰ ਹੁਣ ਤੁਸੀਂ ਉਸ ਘਰ ਵਿੱਚ ਵਾਹਿਗੁਰੂ ਦੀ ਮਿਹਰ ਨਾਲ ਮਾਣ ਸਨਮਾਨ ਪਾਓਗੇ, ਪੂਰੀ ਇੱਜ਼ਤ ਮਾਣ ਨਾਲ ਜਾਓਗੇ ਤੇ ਉਸੇ ਘਰ ਵਿੱਚ ਜਿੱਥੋਂ ਤੁਸੀਂ ਗੁਨਾਹ ਕਰਕੇ ਨਿਕਲੇ ਸੀ ਉਸੇ ਘਰ ਵਿੱਚ ਤੁਸੀਂ ਮਾਣ ਸਨਮਾਨ ਪਾਓਗੇ। ਵਾਹਿਗੁਰੂ ਮਿਹਰ ਕਰਨਗੇ ਤੇਰੇ ਤੇ। ਇੱਧਰ ਜੁਗਨੂ ਦੇ ਘਰਦਿਆਂ ਨੇ ਤਾਂ ਉਸ ਨੂੰ ਮਰਿਆ ਹੀ ਸਮਝ ਲਿਆ ਸੀ। ਘਰ ਦੇ ਵਿੱਚ ਕੋਈ ਵੀ ਜੁਗਨੂ ਦਾ ਨਾਮ ਨਹੀਂ ਲੈਂਦਾ ਸੀ। ਉਹ ਭੁੱਲ ਗਏ ਸੀ ਕਿ ਜੁਗਨੂ ਨਾਮ ਦੀ ਉਹਨਾਂ ਦੀ ਕੋਈ ਲੜਕੀ ਹੁੰਦੀ ਸੀ, ਕਿਉਂਕਿ 1.5 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਬੰਦੇ ਨੂੰ ਭੁੱਲਣ ਵਾਸਤੇ ਅਤੇ ਉਸ ਦੀਆਂ ਯਾਦਾਂ ਨੂੰ ਭੁੱਲਣ ਵਾਸਤੇ। 1.5 ਸਾਲ ਦਾ ਸਮਾਂ ਬਹੁਤ ਹੁੰਦਾ ਬੰਦੇ ਨੂੰ ਭੁੱਲਣ ਵਾਸਤੇ ਤੇ ਉਸ ਦੀਆਂ ਯਾਦਾਂ ਨੂੰ ਭੁੱਲਣ ਵਾਸਤੇ। ਇੱਕ ਦਿਨ ਅਚਾਨਕ ਪ੍ਰਤਾਪ ਸਿੰਘ ਦੇ ਘਰ ਅੱਗੇ 3-4 ਚਿੱਟੇ ਰੰਗ ਦੀਆਂ ਕਾਰਾਂ ਆ ਕੇ ਰੁਕੀਆਂ ਅਤੇ ਸਭ ਤੋਂ ਪਿੱਛੇ ਪੁਲਿਸ ਦੀ ਜਿਪਸੀ ਸੀ। ਇੱਕ ਚਿੱਟੇ ਰੰਗ ਦੀ ਕਾਰ ਵਿੱਚੋਂ ਚਿੱਟੇ ਕੱਪੜਿਆਂ ਵਾਲਾ ਉੱਚਾ ਲੰਮਾ ਸਰਦਾਰ ਨਿਕਲਿਆ ਅਤੇ ਉਸ ਦੇ ਨਾਲ ਹੀ SSP ਰੈਂਕ ਦਾ ਇੱਕ ਪੁਲਿਸ ਵਾਲਾ ਸਰਦਾਰ ਅਫਸਰ ਨਿਕਲਿਆ। ਘਰ ਵਾਲੇ ਸਾਰੇ ਘਬਰਾ ਗਏ ਕਿ ਅਚਾਨਕ ਸਾਡੇ ਘਰ ਪੁਲਿਸ ਕਿਵੇਂ ਆ ਗਈ। ਸਰਦਾਰ ਜੀ ਨੂੰ ਦੇਖ ਕੇ ਸੋਚਿਆ ਕਿ ਕੋਈ ਲੀਡਰ ਹੋਣਾ। ਨੌਕਰ ਨੇ ਘਰ ਦੇ ਦੁਲਾਨ ਵਿੱਚ ਸਭ ਦੇ ਬੈਠਣ ਲਈ ਕੁਰਸੀਆਂ ਲਾ ਦਿੱਤੀਆਂ ਅਤੇ ਸਭ ਜਣੇ ਬੈਠ ਗਏ। ਪ੍ਰਤਾਪ ਸਿੰਘ ਘਰ ਨਹੀਂ ਸੀ। ਨੌਕਰ ਜਲਦੀ ਨਾਲ ਉਸ ਨੂੰ ਸੱਥ ਵਿੱਚੋਂ ਬੁਲਾਉਣ ਚਲਿਆ ਗਿਆ ਅਤੇ ਜਲਦੀ ਨਾਲ ਲੈ ਆਇਆ। ਪ੍ਰਤਾਪ ਸਿੰਘ ਨੇ ਸਾਰਿਆਂ ਨੂੰ ਦੇਖ ਕੇ ਅੰਦਾਜ਼ਾ ਲਾ ਲਿਆ ਕਿ ਕੋਈ ਸਰਕਾਰੀ ਬੰਦਾ ਹੈ। ਉਸ ਦਾ ਦਿਲ ਜੁਗਨੂ ਦੇ ਕਾਰਨਾਮਿਆਂ ਨੂੰ ਯਾਦ ਕਰਕੇ ਧੱਕ ਕਰਨ ਲੱਗਾ ਕਿ ਜਾਂ ਤਾਂ ਉਹ ਮਰ ਗਈ ਹੋਣੀ ਹੈ ਜਾਂ ਫਿਰ ਕੋਈ ਕਾਰਨਾਮਾ ਕਰ ਦਿੱਤਾ ਹੋਣਾ, ਪਰ ਅਸੀਂ ਤਾਂ ਕੋਈ ਰਪਟ ਨਹੀਂ ਲਿਖਾਈ ਸੀ। ਕੋਲ ਆ ਕੇ ਪ੍ਰਤਾਪ ਸਿੰਘ ਨੇ ਸਭ ਦੇ ਨਾਲ ਹੱਥ ਮਿਲਾਇਆ ਅਤੇ ਸਤਿ ਸ੍ਰੀ ਅਕਾਲ ਬੁਲਾ ਕੇ ਬੈਠ ਗਿਆ। ਪ੍ਰਤਾਪ ਸਿੰਘ ਨੂੰ ਮਹਿਮਾਨਾਂ ਕੋਲੋਂ ਅੱਗੇ ਹੋਰ ਕੁਝ ਪੁੱਛਣ ਦੀ ਹਿੰਮਤ ਨਹੀਂ ਪੈ ਰਹੀ ਸੀ। ਪ੍ਰਤਾਪ ਸਿੰਘ ਨੂੰ ਮਹਿਮਾਨਾਂ ਕੋਲੋਂ ਅੱਗੇ ਹੋਰ ਕੁਝ ਪੁੱਛਣ ਦੀ ਹਿੰਮਤ ਨਹੀਂ ਪੈ ਰਹੀ ਸੀ। ਬਸ ਸਤਿ ਸ੍ਰੀ ਅਕਾਲ ਬੁਲਾ ਕੇ ਬੈਠ ਗਿਆ ਸੀ। ਪ੍ਰਤਾਪ ਸਿੰਘ ਆਖਰ SP ਸਾਹਿਬ ਨੇ
ਆਪ ਹੀ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਆਖਿਆ, ਪ੍ਰਤਾਪ ਸਿੰਘ ਜੀ, ਮੇਰਾ ਨਾਮ ਗੁਰਬਖਸ਼ ਸਿੰਘ ਸੋਢੀ ਹੈ ਅਤੇ ਇਹ ਸਰਦਾਰ ਗੁਰਮੁਖ ਸਿੰਘ ਜੀ ਸਹੋਤਾ ਪੰਜਾਬ ਦੀ ਮੰਨੀ ਪ੍ਰਮੰਨੀ ਹਸਤੀ ਹਨ। ਸਰਦਾਰ ਸਹੋਤਾ ਦਾ ਨਾਮ ਸੁਣ ਕੇ ਪ੍ਰਤਾਪ ਸਿੰਘ ਦੇ ਦਿਮਾਗ ਦਾ ਬੋਝ ਥੋੜਾ ਹਲਕਾ ਹੋ ਗਿਆ ਕਿ ਫੇਰ ਤਾਂ ਸਭ ਠੀਕ ਹੀ ਹੋਵੇਗਾ, ਕਿਉਂਕਿ ਸਰਦਾਰ ਸਹੋਤਾ ਪੰਜਾਬ ਦੇ ਲੋਕਾਂ ਦਾ ਮਸੀਹਾ ਸੀ ਅਤੇ ਸਭ ਲੋਕ ਉਸ ਨੂੰ ਨਾਮ ਤੋਂ ਜਾਣਦੇ ਸਨ। ਪਰ ਦੇਖਿਆ ਕਿਸੇ ਵਿਰਲੇ ਨਹੀਂ ਸੀ, ਕਿਉਂਕਿ ਉਹ ਕਦੇ ਰਾਜਨੀਤੀ ਵਿੱਚ ਨਹੀਂ ਆਏ ਸਨ, ਪਰ ਨਾਮ ਉਹਨਾਂ ਦਾ ਬਹੁਤ ਸੀ। ਸਰਦਾਰ ਜੀ ਨੇ ਗੱਲ ਸ਼ੁਰੂ ਕੀਤੀ ਕਿ ਪ੍ਰਤਾਪ ਸਿੰਘ ਜੀ, ਤੁਹਾਡੀ ਬੇਟੀ ਜੁਗਨੂ ਬਾਰੇ ਤੁਸੀਂ ਕੁਝ ਦੱਸੋਗੇ? ਸਰਦਾਰ ਸਹੋਤਾ ਜੀ ਨੇ ਪ੍ਰਤਾਪ ਸਿੰਘ ਨਾਲ ਗੱਲ ਸ਼ੁਰੂ ਕੀਤੀ ਕਿ ਸਰਦਾਰ ਪ੍ਰਤਾਪ ਸਿੰਘ ਜੀ, ਤੁਸੀਂ ਤੁਹਾਡੀ ਬੇਟੀ ਜੁਗਨੂ ਬਾਰੇ ਕੁਝ ਦੱਸੋਗੇ? ਜੁਗਨੂ ਦਾ ਨਾਮ ਸੁਣ ਕੇ ਪ੍ਰਤਾਪ ਸਿੰਘ ਦਾ ਰੰਗ ਪੀਲਾ ਪੈ ਗਿਆ ਅਤੇ ਜ਼ੁਬਾਨ ਠਾਕੀ ਗਈ। ਉਹ ਕੁਝ ਬੋਲ ਨਾ ਸਕਿਆ। ਉਸ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਸਰਦਾਰ ਜੀ ਨੇ ਕਿਹਾ, ਸਰਦਾਰ ਜੀ, ਚਿੰਤਾ ਦੀ ਗੱਲ ਨਹੀਂ। ਜਿਸ ਦਿਨ ਤੋਂ ਉਹ ਘਰੋਂ ਗਈ ਸੀ, ਉਸੇ ਦਿਨ ਉਹ ਇੱਕ ਸੜਕ ਹਾਦਸੇ ਵਿੱਚ ਮੈਨੂੰ ਜ਼ਖਮੀ ਹਾਲਤ ਵਿੱਚ ਮਿਲੀ ਸੀ ਅਤੇ ਉਸ ਨੂੰ ਮੈਂ ਆਪਣੇ ਕੋਲ ਆਪਣੇ ਘਰ ਰੱਖਿਆ ਅਤੇ ਉਸ ਦਾ ਇਲਾਜ ਕਰਾਇਆ। ਉਸ ਤੋਂ ਸਾਰੀ ਜਾਣਕਾਰੀ ਲੈ ਕੇ ਮੈਂ ਉਸ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਘਰੋਂ ਭੱਜ ਕੇ ਆਈ ਹਾਂ, ਜਿਸ ਨਾਲ ਮੇਰੇ ਪਿਤਾ ਜੀ ਨੂੰ ਬਹੁਤ ਦੁੱਖ ਹੋਇਆ ਹੋਣਾ। ਹੁਣ ਮੈਂ ਵਾਪਸ ਜਾ ਕੇ ਉਹਨਾਂ ਨੂੰ ਆਪਣਾ ਮੂੰਹ ਨਹੀਂ ਦਿਖਾ ਸਕਦੀ। ਉਸ ਦਿਨ ਤੋਂ ਉਹ ਮੇਰੇ ਕੋਲ ਹੀ ਰਹਿ ਰਹੀ ਹੈ, ਮੇਰੀ ਬੇਟੀ ਬਣ ਕੇ। ਉਸਨੇ ਮੇਰੇ ਕੋਲ ਰਹਿਣ ਦੀ ਬੇਨਤੀ ਕੀਤੀ ਸੀ ਅਤੇ ਤੁਹਾਡੇ ਤੱਕ ਗੱਲ ਨਾ ਕਰਨ ਦਾ ਮੇਰੇ ਕੋਲੋਂ ਬਚਨ ਵੀ ਲਿਆ ਸੀ, ਪਰ ਅੱਜ ਉਸ ਦਾ ਮਨ ਆਪਣੇ ਮਾਂ-ਬਾਪ ਨੂੰ ਮਿਲਣ ਵਾਸਤੇ ਬਹੁਤ ਵਿਆਕੁਲ ਹੈ। ਕੀ ਤੁਸੀਂ ਆਪਣੀ ਬੇਟੀ ਦੀ ਗਲਤੀ ਮਾਫ਼ ਕਰਕੇ ਉਸ ਨੂੰ ਆਪਣੇ ਘਰ ਅਤੇ ਆਪਣੇ ਦਿਲ ਵਿੱਚ ਜਗ੍ਹਾ ਦਿਓਗੇ? ਸਰਦਾਰ ਜੀ ਦੀਆਂ ਗੱਲਾਂ ਸੁਣ ਕੇ ਪਿਤਾ ਦਾ ਹਿਰਦਾ ਬੇਟੀ ਦੇ ਪਿਆਰ ਵਿੱਚ ਪਿਘਲਦਾ ਜਾਂਦਾ ਸੀ ਅਤੇ ਅੱਖਾਂ ਵਿੱਚੋਂ ਪਰਲ ਪਾਣੀ ਵਗ ਰਿਹਾ ਸੀ। ਘਰ ਦੀਆਂ ਔਰਤਾਂ ਕੰਧ ਨਾਲ ਕੰਨ ਲਾ ਕੇ ਸਭ ਗੱਲਾਂ ਸੁਣ ਰਹੀਆਂ ਸਨ। ਜੁਗਨੂ ਦੇ ਜਿੰਦਾ ਹੋਣ ਦੀ ਖਬਰ ਸੁਣ ਕੇ ਮਾਂ ਦਾ ਹਿਰਦਾ ਬਲੁੰਦਰਿਆ ਗਿਆ ਅਤੇ ਬੇਵੱਸ ਹੋ ਕੇ ਉਹ ਵਿਹੜੇ ਵਿੱਚ ਆ ਖੜੀ ਹੋਈ। ਪੁੱਬਾਂ ਮਾਰ ਕੇ ਰੋਣ ਲੱਗੀ। ਕੀਰਨੇ ਪਾਉਂਦੀ ਹੋਈ ਕਹਿਣ ਲੱਗੀ, ਸਰਦਾਰ ਜੀ, ਮੇਰੀ ਬੇਟੀ ਕਿੱਥੇ ਆ? ਜਲਦੀ ਮਿਲਾ ਦਿਓ। ਬਹੁਤ ਸਮਾਂ ਹੋ ਗਿਆ, ਮੈਂ ਉਸ ਦਾ ਮੂੰਹ ਨਹੀਂ ਦੇਖਿਆ। ਮੈਂ ਪਾਪਣ ਨੇ ਆਪਣੀ ਧੀ ਬਾਰੇ ਪਤਾ ਨਹੀਂ ਕੀ ਸੋਚਿਆ, ਕੀ ਕੁਫਰ ਤੋਲੇ ਆਪਣੇ ਮਨ ਦੇ ਵਿੱਚ। ਹਾਏ ਰੱਬਾ, ਤੂੰ ਮੈਨੂੰ ਕਦੇ ਮਾਫ਼ ਨਾ ਕਰੀ। ਮੇਰੀ ਜ਼ੁਬਾਨ ਵਿੱਚ ਕੀੜੇ ਪੈਣ ਅਤੇ ਮੈਂ ਕਦੇ ਵੀ ਠੀਕ ਨਾ ਹੋਵਾਂ। ਮੈਂ ਦੁਖੀ ਹੋ ਕੇ ਜਹਾਨ ਤੋਂ ਜਾਵਾਂ। ਮਾਂ ਦੇ ਇਸ ਤਰ੍ਹਾਂ ਦੇ ਕੀਰਨੇ ਸੁਣ ਕੇ
ਸਰਦਾਰ ਜੀ ਅਤੇ ਸੋਢੀ ਸਾਹਿਬ ਦੀਆਂ ਅੱਖਾਂ ਵੀ ਭਰ ਆਈਆਂ। ਪ੍ਰਤਾਪ ਸਿੰਘ ਤਾਂ ਧੀ ਦੇ ਦਰਦ ਵਿੱਚ ਚਾਕੂ ਵਾਂਗ ਇਕੱਠਾ ਹੁੰਦਾ ਜਾਂਦਾ ਸੀ। ਉਸਨੇ ਭੱਜ ਕੇ ਜਾ ਕੇ ਆਪਣੀ ਪਤਨੀ ਨੂੰ ਸੰਭਾਲਿਆ ਤੇ ਆਖਿਆ, ਚੁੱਪ ਕਰ ਕਰਮਾਂ ਦੀ ਮਾਰੀਏ, ਚੁੱਪ ਕਰ। ਹੁਣ ਸਾਡੀ ਧੀ ਮਿਲ ਗਈ ਹੈ, ਹੁਣ ਸਾਨੂੰ ਸਾਡੀ ਧੀ ਮਿਲ ਗਈ ਹੈ, ਸ਼ਾਇਦ ਸਾਡੇ ਪਾਪ ਧੋਤੇ ਜਾਣ। ਪ੍ਰਤਾਪ ਸਿੰਘ ਨੇ ਤਰਲੇ ਭਰੀ ਆਵਾਜ਼ ਵਿੱਚ ਸਰਦਾਰ ਜੀ ਨੂੰ ਕਿਹਾ, ਸਰਦਾਰ ਜੀ ਹੁਣ ਦੇਰੀ ਨਾ ਕਰੋ, ਜਲਦੀ ਨਾਲ ਸਾਨੂੰ ਸਾਡੀ ਧੀ ਜੁਗਨੂ ਕੋਲ ਲੈ ਜਾਵੋ, ਜਲਦੀ ਨਾਲ ਸਾਨੂੰ ਸਾਡੀ ਧੀ ਜੁਗਨੂ ਕੋਲ ਲੈ ਜਾਵੋ। ਸਰਦਾਰ ਜੀ ਨੇ ਖੜੇ ਹੋ ਕੇ ਦੋਹਾਂ ਨੂੰ ਗਲਵੱਕੜੀ ਵਿੱਚ ਲਿਆ ਅਤੇ ਕਿਹਾ, ਪ੍ਰਤਾਪ ਸਿਆਂ, ਬੇਟੀ ਨੂੰ ਆਪਾਂ ਸਾਰੇ ਇੱਥੇ ਹੀ ਮਿਲ ਲੈਂਦੇ ਆ, ਥੋੜਾ ਦਿਲ ਕਰੜਾ ਕਰ ਲਵੋ ਆਪਣਾ। ਫਿਰ ਸਰਦਾਰ ਜੀ ਨੇ ਉਹਨਾਂ ਨੂੰ ਉੱਥੇ ਖੜੇ ਰਹਿਣ ਲਈ ਫਿਰ ਸਰਦਾਰ ਜੀ ਨੇ ਉਹਨਾਂ ਨੂੰ ਉੱਥੇ ਹੀ ਖੜੇ ਰਹਿਣ ਲਈ ਕਿਹਾ ਅਤੇ ਆਪ ਜਾ ਕੇ ਦੂਰ ਖੜੀ ਕਾਰ ਦੀ ਬਾਰੀ ਖੋਲ੍ਹੀ। ਬਾਰੀ ਖੁੱਲ੍ਹਦਿਆਂ ਸਾਰ ਹੀ ਉਸ ਵਿੱਚੋਂ ਸੁੰਦਰ, ਜਵਾਨ, ਸੋਹਣੀ, ਚਿੱਟਿਆਂ ਕੱਪੜਿਆਂ ਵਾਲੀ ਇੱਕ ਲੜਕੀ ਨਿਕਲੀ, ਜਿਸ ਦੇ ਹੱਥ ਵਿੱਚ ਚਿੱਟੇ ਮੋਤੀਆਂ ਦੀ ਮਾਲਾ ਫੜੀ ਹੋਈ ਸੀ। ਲੱਗਦਾ ਸੀ ਕਿ ਕੋਈ ਪਰੀ ਅਸਮਾਨ ਤੋਂ ਉਤਰ ਆਈ ਹੈ। ਇੱਕ ਵਾਰ ਤਾਂ ਜੰਮਣ ਵਾਲਿਆਂ ਨੂੰ ਵੀ ਪਹਿਚਾਣ ਨਾ ਆਈ। ਉਸਨੇ ਜਦ ਕੋਲੇ ਆ ਕੇ ਆਖਿਆ, ਮਾਂ, ਜਦ ਉਸਨੇ ਕੋਲੇ ਆ ਕੇ ਮਾਂ ਕਿਹਾ ਤਾਂ ਮਾਂ ਦੀ ਛਾਤੀ ਥਰਥਰਾਉਣ ਲੱਗੀ ਅਤੇ ਮਾਂ ਦੀਆਂ ਭੁੱਬਾਂ ਨਿਕਲ ਗਈਆਂ। ਫਿਰ ਉਸ ਗੋਰੀ ਚਿੱਟੀ ਅਤੇ ਚਿੱਟੇ ਕੱਪੜਿਆਂ ਵਾਲੀ ਲੜਕੀ ਨੇ ਕਿਹਾ, ਪਾਪਾ ਜੀ, ਮੈਂ ਜੁਗਨੂ ਹਾਂ। ਜੁਗਨੂ ਦੀ ਆਵਾਜ਼ ਨੇ ਬਾਪ ਦੇ ਦਿਲ ਦੇ ਬਿਰਹੋਂ ਵਾਲੇ ਤਾਰ ਛੇੜ ਦਿੱਤੇ। ਉਹ ਤਿੰਨੇ ਗਲੇ ਲੱਗ ਕੇ ਮਿਲ ਰਹੇ ਸੀ। ਤਿੰਨਾਂ ਦੇ ਸਾਹ ਫੁੱਲ ਗਏ ਸੀ, ਤਿੰਨਾਂ ਦੇ ਸਾਹ ਫੁੱਲ ਗਏ ਸੀ। ਰੁਕ ਰੁਕ ਕੇ ਸਾਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਜੁਗਨੀ ਦੀ ਆਵਾਜ਼ ਨੇ ਬਾਪ ਦੇ ਦਿਲ ਦੇ ਬਿਰਹੋਂ ਵਾਲੇ ਤਾਰ ਛੇੜ ਦਿੱਤੇ ਸੀ। ਉਹ ਤਿੰਨੇ ਗਲੇ ਲੱਗ ਕੇ ਮਿਲ ਰਹੇ ਸੀ, ਤਿੰਨਾਂ ਦੇ ਸਾਹ ਫੁੱਲ ਗਏ ਸੀ। ਰੁਕ ਰੁਕ ਕੇ ਸਾਹਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ। ਬਹੁਤ ਦੇਰ ਮਿਲਣ ਤੋਂ ਬਾਅਦ ਮਾਂ ਬਾਪ ਆਪਣੀ ਬੇਟੀ ਨੂੰ ਆਪਣੀਆਂ ਬਾਹਾਂ ਵਿੱਚ ਜਕੜੀ ਅੰਦਰ ਲੈ ਗਏ। ਮਾਂ ਬਾਪ ਆਪਣੀ ਬੇਟੀ ਨੂੰ ਆਪਣੀਆਂ ਬਾਹਾਂ ਵਿੱਚ ਜਕੜ ਕੇ ਪਿਆਰ ਦੇ ਨਾਲ ਅੰਦਰ ਲੈ ਗਏ। ਫਿਰ ਪ੍ਰਤਾਪ ਸਿੰਘ ਸਰਦਾਰ ਜੀ ਅਤੇ ਸੋਢੀ ਸਾਹਿਬ ਹੋਣਾ ਦੇ ਹੱਥ ਫੜ ਕੇ ਅੰਦਰ ਲੈ ਗਏ। ਫਿਰ ਪ੍ਰਤਾਪ ਸਿੰਘ ਸਰਦਾਰ ਜੀ ਅਤੇ ਸੋਢੀ ਸਾਹਿਬ ਹੋਣਾ ਦੇ ਹੱਥ ਫੜ ਕੇ ਅੰਦਰ ਲੈ ਗਏ। ਬਹੁਤ ਦੇਰ ਗੱਲਬਾਤ ਕਰਨ ਤੋਂ ਬਾਅਦ ਸਰਦਾਰ ਜੀ ਨੇ ਇੱਕ ਥੈਲਾ ਖੋਲ੍ਹਿਆ, ਜਿਸ ਵਿੱਚ ਉਹ ਗਹਿਣੇ ਸਨ ਜੋ ਜੁਗਨੂ ਘਰੋਂ ਭੱਜਣ ਵੇਲੇ ਲੈ ਕੇ ਗਈ ਸੀ, ਜੋ ਸਰਦਾਰ ਜੀ ਨੇ ਹੋਟਲ ਵਿੱਚੋਂ ਹਾਸਲ ਕਰ ਲਏ ਸਨ।
ਪ੍ਰਤਾਪ ਸਿੰਘ ਨੂੰ ਫੜਾਉਂਦਿਆਂ ਹੋਇਆਂ ਸਰਦਾਰ ਜੀ ਨੇ ਕਿਹਾ, ਆ ਲਓ ਸਰਦਾਰ ਜੀ ਆਪਣੀ ਅਮਾਨਤ। ਉਹਨਾਂ ਗਹਿਣਿਆਂ ਦੇ ਨਾਲ ਕੁਝ ਪੈਸੇ ਵੀ ਸਨ ਜੋ ਘੱਟ ਸਨ, ਪਰ ਸਰਦਾਰ ਜੀ ਨੇ ਆਪਣੇ ਕੋਲੋਂ ਹੋਰ ਪੈਸੇ ਪਾ ਕੇ ਪੂਰਿਆਂ ਨਾਲੋਂ ਵੀ ਜ਼ਿਆਦਾ ਕਰ ਦਿੱਤੇ ਸੀ। ਫਿਰ ਸਰਦਾਰ ਜੀ ਨੇ ਕਿਹਾ, ਪ੍ਰਤਾਪ ਸਿਆਂ, ਜੁਗਨੂ ਜਿੰਨੀ ਤੁਹਾਡੀ ਬੇਟੀ ਹੈ ਓਨੀ ਮੇਰੀ ਬੇਟੀ ਹੈ, ਇਸ ਨੂੰ ਸੰਭਾਲ ਕੇ ਰੱਖਣਾ। ਪ੍ਰਤਾਪ ਸਿੰਘ ਨੇ ਕਿਹਾ, ਸਰਦਾਰ ਜੀ ਹੁਣ ਇਹ ਸਾਡੀ ਘੱਟ ਤੇ ਤੁਹਾਡੀ ਜ਼ਿਆਦਾ, ਅਸੀਂ ਤਾਂ ਇਸ ਨੂੰ ਜਿੰਦ ਜਾਨ ਤੋਂ ਪਿਆਰੀ ਰੱਖਾਂਗੇ, ਅਸੀਂ ਤਾਂ ਇਸ ਨੂੰ ਜਿੰਦ ਜਾਨ ਤੋਂ ਪਿਆਰੀ ਰੱਖਾਂਗੇ ਜੀ। ਫਿਰ ਸਰਦਾਰ ਜੀ ਨੇ ਕਿਹਾ, ਪ੍ਰਤਾਪ ਸਿਆਂ ਤਿਆਰ ਹੋ ਜਾ, ਸਾਡੇ ਨਾਲ ਚੱਲ, ਬੇਟੀ ਦੇ ਸਹੁਰੀ ਜਾਣਾ। ਪ੍ਰਤਾਪ ਸਿੰਘ ਤਿਆਰ ਤਾਂ ਹੋ ਗਿਆ ਸੀ, ਪਰ ਸਰਦਾਰ ਜੀ ਦੀ ਝੇਪ ਮੰਨ ਕੇ ਪ੍ਰਤਾਪ ਸਿੰਘ ਸਰਦਾਰ ਜੀ ਦੀ ਝੇਪ ਮੰਨ ਕੇ ਤਿਆਰ ਤਾਂ ਹੋ ਗਿਆ ਸੀ, ਪਰ ਅੰਦਰੋਂ ਡਰਦਾ ਸੀ ਕਿ ਪਤਾ ਨਹੀਂ ਉੱਥੇ ਕੀ ਹੋਵੇਗਾ। ਫਿਰ ਸੋਚਦਾ ਸੀ ਕਿ ਚਲੋ ਸਰਦਾਰ ਜੀ ਨਾਲ ਹੈ, ਸਭ ਠੀਕ ਹੀ ਹੋਵੇਗਾ। ਚਾਹ ਪਾਣੀ ਪੀਣ ਤੋਂ ਬਾਅਦ ਸਾਰਾ ਕਾਫਲਾ ਜੁਗਨੂ ਦੇ ਸਹੁਰਿਆਂ ਵੱਲ ਨੂੰ ਚੱਲ ਪਿਆ ਅਤੇ 4 ਵਜੇ ਉਹਨਾਂ ਦੇ ਘਰ ਪਹੁੰਚ ਗਏ। ਜੁੱਗੀ ਦੀ ਮਾਂ ਦੇ ਪ੍ਰਤਾਪ ਸਿੰਘ ਨੂੰ ਦੇਖ ਕੇ ਅਤੇ ਪੁਲਿਸ ਨੂੰ ਦੇਖ ਕੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਹੁਣ ਕੀ ਭਾਣਾ ਵਰਤ ਗਿਆ, ਕਿਉਂਕਿ ਅੱਜ ਤੱਕ ਜੁਗਨੂ ਨੂੰ ਲੈ ਕੇ ਦੋਹਾਂ ਪਰਿਵਾਰਾਂ ਵਿੱਚ ਭਾਣੇ ਹੀ ਵਰਤੇ ਸਨ। ਜੁੱਗੀ ਦੀ ਮਾਂ ਨੇ ਸਭ ਨੂੰ ਜੀਓ ਆਇਆਂ ਆਖਿਆ ਅਤੇ ਸਤਿਕਾਰ ਸਹਿਤ ਬਿਠਾਇਆ। ਫਿਰ ਪ੍ਰਤਾਪ ਸਿੰਘ ਇੱਕ ਪਾਸੇ ਰਸੋਈ ਵਿੱਚ ਜਾ ਕੇ ਪ੍ਰਤਾਪ ਸਿੰਘ ਨੇ ਇੱਕ ਪਾਸੇ ਰਸੋਈ ਵਿੱਚ ਜਾ ਕੇ ਜੁੱਗੀ ਦੀ ਮਾਂ ਨੂੰ ਦੱਸਿਆ ਕਿ ਭੈਣ ਜੀ, ਜੋ ਪੁਲਿਸ ਵਾਲਾ ਹੈ ਨਾ, ਉਹ ਚੰਡੀਗੜ੍ਹ ਦਾ SP ਹੈ, ਸੋਢੀ, ਅਤੇ ਜੋ ਸਰਦਾਰ ਜੀ ਹਨ ਉਹ ਸਰਦਾਰ ਗੁਰਮੁਖ ਸਿੰਘ ਸਹੋਤਾ ਹਨ। ਪੁਲਿਸ ਵਾਲੇ ਨੂੰ ਭਾਵੇਂ ਕੋਈ ਨਾ ਜਾਣਦਾ ਹੋਵੇ, ਪਰ ਸਰਦਾਰ ਸਹੋਤਾ ਨੂੰ ਤਾਂ ਹਰ ਕੋਈ ਜਾਣਦਾ ਸੀ। ਸਰਦਾਰ ਸਹੋਤਾ ਦਾ ਨਾਮ ਸੁਣ ਕੇ ਜੁੱਗੀ ਦੀ ਮਾਂ ਦਾ ਵੀ ਸਾਹ ਠੰਡਾ ਹੋ ਗਿਆ ਅਤੇ ਪੁੱਛਣ ਲੱਗੀ, ਖੈਰ ਤਾਂ ਹੈ ਬਾਈ ਜੀ? ਪ੍ਰਤਾਪ ਸਿੰਘ ਨੇ ਕਿਹਾ, ਸਭ ਖੈਰ ਹੈ। ਜੁਗਨੂ ਨੂੰ ਘਰੋਂ ਭੱਜਦਿਆਂ ਸਾਰ ਹੀ ਦੂਜੇ ਦਿਨ ਇਹ ਦੇਵਤਾ ਸਰੂਪ ਸਰਦਾਰ ਜੀ ਮਿਲ ਗਏ ਸੀ ਅਤੇ ਉਸ ਨੂੰ ਇਹਨਾਂ ਨੇ 1.5 ਸਾਲ ਆਪਣੀ ਧੀ ਬਣਾ ਕੇ ਆਪਣੇ ਕੋਲ ਰੱਖਿਆ। ਜੁਗਨੂ ਨੂੰ ਵੀ ਘਰੋਂ ਜਾਂਦਿਆਂ ਸਾਰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ, ਪਰ ਸ਼ਰਮ ਤੇ ਡਰ ਦੀ ਮਾਰੀ ਵਾਪਸ ਨਾ ਆਈ ਅਤੇ ਸਰਦਾਰ ਜੀ ਨੂੰ ਵੀ ਸਾਡੇ ਕੋਲੇ ਨਾ ਆਉਣ ਦਿੱਤਾ ਤੇ ਰੋਕੀ ਰੱਖਿਆ। ਇਹ ਗੱਲ ਸੁਣ ਕੇ ਜੁੱਗੀ ਦੀ ਮਾਂ ਨੇ ਕਿਹਾ, ਸ਼ੁਕਰ ਹੈ ਵਾਹਿਗੁਰੂ ਦਾ ਜੋ ਚੰਗੇ ਬੰਦਿਆਂ ਦੇ ਹੱਥ ਚੜ੍ਹ ਗਈ, ਨਹੀਂ ਤਾਂ ਪਤਾ ਨਹੀਂ ਕੀ ਹੋਣਾ ਸੀ। ਇੰਨੇ ਸਮੇਂ ਵਿੱਚ ਚਾਹ ਬਣ ਗਈ ਅਤੇ ਪ੍ਰਤਾਪ ਸਿੰਘ ਆਪ ਨਾਲ ਲੱਗ ਕੇ ਚਾਹ ਲੈ ਕੇ ਆਇਆ। ਸਭ ਚਾਹ ਪੀਣ ਲੱਗ ਗਏ। ਜਦੋਂ ਸਰਦਾਰ ਜੀ ਹੋਰੀ ਆਏ ਸੀ,
ਉਦੋਂ ਜੁੱਗੀ ਇਸ਼ਨਾਨ ਕਰਕੇ ਤੇ ਤਿਆਰ ਹੋ ਕੇ ਗੁਰਦੁਆਰੇ ਜਾਣ ਲੱਗਾ ਸੀ। ਪਰ ਫਿਰ ਉਹ ਗੁਰਦੁਆਰੇ ਨਹੀਂ ਗਿਆ ਸੀ ਅਤੇ ਸਭ ਦੇ ਵਿਚਕਾਰ ਬੈਠ ਗਿਆ ਸੀ। ਸਰਦਾਰ ਜੀ ਨੇ ਆਪ ਹੀ ਗੱਲ ਸ਼ੁਰੂ ਕੀਤੀ ਕਿ ਭੈਣ ਜੀ, ਜੁਗਨੂ 1.5 ਸਾਲ ਮੇਰੇ ਕੋਲ ਹੀ ਰਹੀ ਹੈ, ਮੇਰੀ ਧੀ ਬਣ ਕੇ। ਉਸ ਦੇ ਭਲੇ ਬੁਰੇ ਦੀ ਸਾਰੇ ਜ਼ਿੰਮੇਵਾਰੀ ਮੇਰੀ ਹੈ। ਬੀਤ ਚੁੱਕੇ ਦੀਆਂ ਬਹੁਤ ਗੱਲਾਂ ਕਰਨ ਦਾ ਤਾਂ ਹੁਣ ਸਮਾਂ ਨਹੀਂ ਹੈ ਅਤੇ ਫਾਇਦਾ ਵੀ ਕੋਈ ਨਹੀਂ। ਤੁਸੀਂ ਜੁਗਨੂ ਬਾਰੇ ਮੈਨੂੰ ਆਪਣਾ ਵਿਚਾਰ ਦੱਸੋ। ਉਹ ਦੁਬਾਰਾ ਇਸ ਘਰ ਵਿੱਚ ਆਉਣਾ ਚਾਹੁੰਦੀ ਹੈ। ਉਸ ਦੀ ਜ਼ਿੰਮੇਵਾਰੀ ਹਰ ਤਰ੍ਹਾਂ ਨਾਲ ਮੇਰੀ ਹੋਵੇਗੀ। ਹੁਣ ਉਹ ਪ੍ਰਤਾਪ ਸਿੰਘ ਦੀ ਘੱਟ ਅਤੇ ਮੇਰੀ ਬੇਟੀ ਜ਼ਿਆਦਾ। ਸਰਦਾਰ ਜੀ ਬੇਟੀ ਦੇ ਬਾਪ ਵਾਂਗ ਬਹੁਤ ਠਰਮੇ ਨਾਲ ਗੱਲ ਕਰ ਰਹੇ ਸਨ। ਜੁੱਗੀ ਦੀ ਮਾਂ ਨੇ ਕਿਹਾ, ਸਰਦਾਰ ਜੀ, ਤੁਹਾਡੀ ਵਾਹੀ ਲਕੀਰ ਨੂੰ ਅੱਜ ਤੱਕ ਕਿਸੇ ਨੇ ਮਿਟਾਉਣ ਦੀ ਭਲਾ ਕੋਸ਼ਿਸ਼ ਕੀਤੀ ਹੈ ਜੋ ਅਸੀਂ ਕਰਾਂਗੇ। ਪਰ ਮੇਰੀ ਇੱਕ ਬੇਨਤੀ ਹੈ ਕਿ ਮੈਂ ਇੱਕ ਵਾਰ ਆਪਣੇ ਭਰਾ ਨਾਲ ਵੀ ਗੱਲ ਕਰ ਲਵਾਂ, ਉਹ ਮੇਰੇ ਦੁੱਖ ਸੁੱਖ ਵਿੱਚ ਨਾ ਸਾਥੀ ਰਿਹਾ ਹਰ ਵੇਲੇ। ਹੋਰ ਹੋਣਾ ਤਾਂ ਉਹ ਹੀ ਹੈ ਜੋ ਤੁਸੀਂ ਕਿਹਾ, ਪਰ ਮੈਂ ਉਸ ਨਾਲ ਇੱਕ ਵਾਰ ਗੱਲ ਕਰਨੀ ਹੈ। ਚਾਹ ਪੀਣ ਤੋਂ ਬਾਅਦ ਸਰਦਾਰ ਜੀ ਨੇ ਜੁੱਗੀ ਨੂੰ ਇੱਕ ਪਾਸੇ ਲਿਜਾ ਕੇ ਕਿਹਾ, ਦੇਖ ਕਾਕਾ, ਹੁਣ ਤੂੰ ਮੈਨੂੰ ਹੋਰ ਕੁਝ ਨਾ ਸਮਝ, ਸਿਰਫ ਇੱਕ ਬੇਟੀ ਦਾ ਬਾਪ ਸਮਝ ਕੇ ਦੱਸ ਕਿ ਤੂੰ ਜੁਗਨੂ ਨੂੰ ਆਪਣੇ ਘਰ ਵਸਾਉਣਾ ਚਾਹੁੰਦਾ ਹੈ ਜਾਂ ਨਹੀਂ। ਜੇ ਤੂੰ ਨਾ ਕਰ ਦੇਵੇਂਗਾ ਤਾਂ ਮੈਂ ਇੱਕ ਬਾਪ ਵਾਂਗ ਸਿਰ ਨੀਵਾਂ ਕਰਕੇ ਚਲਾ ਜਾਵਾਂਗਾ। ਮੇਰਾ ਕੋਈ ਉਜਰ ਨਹੀਂ ਹੋਵੇਗਾ ਤੇ ਮੈਂ ਕੋਈ ਉਜਰ ਵੀ ਨਹੀਂ ਕਰਾਂਗਾ। ਇਹ ਕਹਿੰਦਿਆਂ ਹੋਇਆਂ ਸਰਦਾਰ ਜੀ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ। ਜੁੱਗੀ ਨੇ ਸਰਦਾਰ ਜੀ ਦਾ ਹੱਥ ਫੜ ਕੇ ਕਿਹਾ, ਸਰਦਾਰ ਜੀ, ਇਸ ਤਰ੍ਹਾਂ ਨਾ ਕਰੋ। ਮੈਂ ਤੁਹਾਡੀ ਆਗਿਆ ਵਿੱਚ ਹਾਂ। ਤੁਸੀਂ ਇਹਨਾਂ ਹੱਥਾਂ ਨਾਲ ਮੇਰੀ ਜੁਗਨੂ ਦੀ ਸੰਭਾਲ ਕੀਤੀ ਆ। ਮੈਂ ਇਹਨਾਂ ਹੱਥਾਂ ਤੋਂ ਵਾਰੇ-ਵਾਰੇ ਜਾਂਦਾ। ਇਹ ਕਹਿ ਕੇ ਜੁੱਗੀ ਨੇ ਦਾਰ ਜੀ ਦੇ ਹੱਥ ਚੁੰਮ ਲਏ ਅਤੇ ਬੋਲਦਾ ਹੀ ਗਿਆ ਕਿ ਸਰਦਾਰ ਜੀ, ਉਹ ਸਮਾਂ ਕਦ ਆਏਗਾ ਜਦ ਮੇਰੀ ਪ੍ਰਾਣ ਰੂਪੀ ਜੁਗਨੂ ਮੇਰੇ ਸਰੀਰ ਰੂਪੀ ਘਰ ਵਿੱਚ ਆ ਕੇ ਵਸੇਗੀ। ਸਰਦਾਰ ਜੀ, ਜਲਦੀ ਕਰੋ, ਹੁਣ ਬਹੁਤ ਸਮਾਂ ਨਹੀਂ ਹੈ ਜੀਵਨ ਵਿੱਚ, ਜਲਦੀ ਉਸ ਦੇ ਨਾਲ ਮਿਲਾ ਦਿਓ ਮੈਨੂੰ। ਇਹ ਸਭ ਸੁਣ ਕੇ ਸਰਦਾਰ ਜੀ ਨੇ ਤੁਰਨ ਲੱਗਿਆਂ ਜੁੱਗੀ ਦੀ ਮਾਂ ਨੂੰ ਕਿਹਾ, ਭੈਣ ਜੀ, ਅਗਲੇ ਐਤਵਾਰ ਸਵੇਰੇ 8 ਵਜੇ ਮੈਂ ਇੱਥੇ ਹੋਵਾਂਗਾ। ਅਗਲੇ ਐਤਵਾਰ ਸਵੇਰੇ 8 ਵਜੇ ਨੂੰ ਮੈਂ ਇੱਥੇ ਹੋਵਾਂਗਾ। ਤੁਸੀਂ ਆਪਣੇ ਭਰਾ ਨੂੰ ਇੱਕ ਦਿਨ ਪਹਿਲਾਂ ਹੀ ਬੁਲਾ ਲੈਣਾ। ਇਹ ਕਹਿ ਕੇ ਸਰਦਾਰ ਜੀ ਆਪਣੀ ਕਾਰ ਵਿੱਚ ਬੈਠੇ
ਅਤੇ ਕਾਰਾਂ ਦਾ ਕਾਫਲਾ ਧੂੜ ਉਡਾਉਂਦਾ ਹੋਇਆ ਵਾਪਸ ਜੁਗਨੂ ਦੇ ਪਿੰਡ ਪਹੁੰਚ ਗਿਆ। ਸੋ ਦੋਸਤੋ, ਇਹ ਸੀ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ ਦਾ 6ਵਾਂ ਭਾਗ। ਜੁਗਨੂ ਦੀ ਲਿਖੀ ਹੋਈ ਲਾਈਫ ਦੇ ਉੱਪਰ ਕਿਤਾਬ ਦਾ ਆਡੀਓ ਬੁੱਕ ਦਾ 6ਵਾਂ ਭਾਗ। ਸੋ ਇਸ ਤੋਂ ਅੱਗੇ 7ਵਾਂ ਭਾਗ ਅਸੀਂ ਫੇਰ ਸੁਣਾਂਗੇ।